ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਅੰਬਰਸਰੀਓ, ਠੀਕ ਠਾਕ ਹੋ? ਬੜੀ ਕਿਰਪਾ ਬਾਬੇ ਦੀ ਜੀ, ਬਾਬੇ ਜੀ ਨਗਰੀ ਜੀ ਬੈਠੇ ਆ। ਮੌਸਮ ਦਾ ਕੀ ਹਾਲ ਹੈ ਪੱਟੀ ਸਾਹਿਬ? ਪਹਿਲਾਂ ਆਪਾਂ ਪੰਜਾਬ ਦੀ ਥੋੜੀ ਗੱਲਬਾਤ ਕਰਨ ਤੋਂ ਪਹਿਲਾਂ ਮੌਸਮ ਕੱਚਾ ਪੱਕਾ ਜਿੱਦਾਂ ਦਾ ਹੁੰਦਾ ਜੀ ਦਿਨਾਂ ਵਿੱਚ, ਕੱਚਾ ਪੱਕਾ ਜੀ। ਕਦੀ ਮਾੜੀ ਮੋਟੀ ਬੱਦਲਵਾਈ ਹੋ ਜਾਂਦੀ ਹੈ, ਕਦੀ ਕੁਛ ਆਪਣੇ ਨਾਲ ਤੁਹਾਡੇ ਉਹ ਮੀਂਹ ਪੈ ਜਾਂਦਾ, ਕਿਤੇ ਕਿਤੇ ਚਾਰ ਕਣੀਆਂ ਪੈ ਜਾਂਦੀਆਂ ਵਾ ਜਿਹੜੀਆਂ ਹੁਣ ਕੰਮ ਖਰਾਬ ਕਰ ਰਹੀਆਂ। ਇਸ ਵੇਲੇ ਝੋਨੇ ਦੀ ਕਟਾਈ ਜਿਹੜੀ ਜ਼ੋਰਾਂ ਤੇ ਚੱਲ ਰਹੀ ਹੈ, ਹੁਣ ਬਰਸਾਤ ਨਹੀਂ ਹੋਣੀ ਚਾਹੀਦੀ, ਲੇਕਿਨ ਫਿਰ ਵੀ ਆਂਦੇ ਰੱਬ ਉਹਦੀ ਮਰਜ਼ੀ ਹੈ, ਮਰਜ਼ੀ ਕਰੇ। ਚਲੋ ਜੀ, ਇਹ ਤੁਹਾਡੇ ਕੱਚੇ ਪੱਕੇ ਤੋਂ ਮੈਨੂੰ ਯਾਦ ਗੱਲ ਇੱਕ ਗਾਣਾ ਯਾਦ ਆ ਗਿਆ, ਨਾ ਛੇੜੋ ਮੈਨੂੰ ਕੁੜੀਓ ਨੀ ਗੱਲ ਹਜੇ ਕੱਚੀ ਪੱਕੀ ਆ। ਇੱਧਰ ਕੈਪਟਨ ਸਾਹਿਬ, ਪਤਾ ਨਹੀਂ ਲੱਗ ਰਿਹਾ ਕੀ ਚਾਲ ਹੈ, ਗੱਲ ਕੱਚੀ ਪੱਕੀ ਆ ਕੀ? ਬੀਜੇਪੀ ਦੇ ਨਾਲ ਇੱਕ ਫੋਟੋ ਆਈ ਸੀ, ਅਮਿਤ ਸ਼ਾਹ ਦੇ ਨਾਲ ਉਹਨਾਂ ਨੇ ਫੋਟੋ ਖਿਚਾਈ, ਕਾਫੀ ਗੱਲਾਂ ਬਾਤਾਂ ਹੋਈਆਂ। ਉਧਰੋਂ ਕਾਂਗਰਸ ਵੀ ਥੋੜੀ ਜਿਹੀ ਹਲਚਲ 'ਚ ਆ ਗਈ ਕਿ ਇਹ ਕੀ ਹੋ ਗਿਆ, ਉਧਰੋਂ ਸਿੱਧੂ ਸਾਹਿਬ ਵੀ ਅਸਤੀਫਾ ਦੇ ਗਏ। ਸੋ ਕੀ ਕੈਪਟਨ ਸਾਹਿਬ ਦਾ ਕੀ ਚਾਲ ਹੈ, ਕੀ ਹੋ ਕੀ ਰਿਹਾ ਪੰਜਾਬ ਦੇ? ਕੀ ਇਹ ਬੀਜੇਪੀ ਨੂੰ, ਮੈਨੂੰ ਤਾਂ ਨਹੀਂ ਲੱਗਦਾ, ਮਾਈ ਪਰਸਨਲ ਜੇ ਓਪੀਨੀਅਨ ਜਾਣੋ ਤਾਂ ਬੀਜੇਪੀ ਜੁਆਇਨ ਕਰਨਗੇ, ਪਰੰਤੂ ਕੁਛ ਨਾ ਕੁਛ ਤਾਂ ਗੜਬੜ ਹੈ। ਪਹਿਲੀ ਗੱਲ ਤੇ ਇਹ ਆ, ਕੈਪਟਨ ਅਮਰਿੰਦਰ ਸਿੰਘ ਨੇ ਸਾਕਾ ਨੀਲਾ ਤਾਰਾ ਸਮੇਂ ਇਸ ਰੋਸ ਵਜੋਂ ਅਸਤੀਫਾ ਦੇ ਦਿੱਤਾ ਸੀ ਕਿ ਇਹ ਗਲਤ ਕੀਤਾ ਗਿਆ, ਮੈਂ ਇਹਦੀ ਨਿੰਦਾ ਕਰਦਾ, ਨਖੇਦੀ ਕਰਦਾ, ਬਕਾਇਦਾ ਤੌਰ ਤੇ ਮੈਂ ਅਸਤੀਫਾ ਦਿੰਦਾ। ਉਦੋਂ MP ਸਨ, ਪਹਿਲਾਂ MP ਨੂੰ ਦਿੱਤਾ, ਮੁੜ ਕੇ ਕਾਂਗਰਸ ਪਾਰਟੀ को ਅਸਤੀਫਾ ਦਿੱਤਾ। ਬਰਨਾਲਾ ਸਰਕਾਰ ਦੇ ਵਿੱਚ ਖੇਤੀਬਾੜੀ ਮੰਤਰੀ ਬਣੇ, ਅਕਾਲੀਆਂ ਚਲੇ ਗਏ, ਖੇਤੀਬਾੜੀ ਮੰਤਰੀ ਤੋਂ ਬਣੇ। ਉਸ ਟਾਈਮ ਦੇ ਉੱਤੇ ਸਾਕਾ ਨੀਲਾ ਤਾਰੇ ਨੂੰ ਜਸਟੀਫਾਈ ਕਰਨ ਵਾਸਤੇ ਅਕਾਲੀ ਸਰਕਾਰ ਵੱਲੋਂ ਇੱਕ ਆਪਰੇਸ਼ਨ ਹੋਇਆ ਸੀ। ਉਦੋਂ ਵੀ ਪੁਲਿਸ ਜਿਹੜੀ ਸੀ ਜੁੱਤੀਆਂ ਸਣੇ ਵਰਦੀਆਂ ਸਣੇ ਦਰਬਾਰ ਵਿੱਚ ਪੜੀ। ਉਸ ਟਾਈਮ ਤੇ ਵੀ ਕੈਪਟਨ ਸਾਹਿਬ ਨੇ ਅਸਤੀਫਾ ਦੇ ਦਿੱਤਾ ਤੇ ਕੈਪਟਨ ਸਾਹਿਬ ਬੀਜੇਪੀ ਨੂੰ ਕੋਸਦੇ ਰਹੇ ਨੇ ਕਿ ਇਹਦਾ ਹਿੱਸਾ ਵੀ ਬਕਾਇਦਾ ਤੌਰ ਤੇ ਸਾਕਾ ਨੀਲਾ ਤਾਰਾ ਚੜਿਆ। ਅੱਜ ਉਹੀ ਬੀਜੇਪੀ ਜਿਹੜੀ ਕਹਿੰਦੀ ਕੈਪਟਨ ਸਾਹਿਬ ਤੇ ਰਾਸ਼ਟਰਵਾਦੀ, ਕੈਪਟਨ ਸਾਹਿਬ ਦਾ ਤਾਂ ਬੰਦਾ ਨਾਲ ਦਾ ਬੰਦਾ ਕੋਈ ਨਹੀਂ। ਕੱਲ ਇਹ ਬਕਾਇਦਾ ਤੌਰ ਤੇ ਦੇਸ਼ ਦੇ ਹੋਮ ਮਿਨਿਸਟਰ ਨੂੰ ਮਿਲ ਕੇ ਆਏ, ਨੈਸ਼ਨਲ ਸਿਕਿਉਰਿਟੀ ਜਿਹੜੇ ਸਾਡੇ ਹੈਗੇ ਨੇ ਦੁਪਾਲ ਸਾਹਿਬ ਐਡਵਾਈਜ਼ਰ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਉਹਨਾਂ ਨੂੰ ਮਿਲ ਕੇ ਆਏ ਨੇ। ਅੱਜ ਏਅਰਪੋਰਟ ਤੇ ਆਏ ਤੇ ਉਹਨਾਂ ਨੇ ਅੱਜ ਕੋਈ ਸਿਆਸੀ ਗੱਲ ਨਹੀਂ ਕੀਤੀ। ਉਹਨੇ ਕਿਹਾ ਜੀ ਮੈਂ ਤੁਹਾਨੂੰ ਪਹਿਲਾਂ ਆਪਣਾ ਕੋਈ ਪ੍ਰੋਗਰਾਮ ਨਹੀਂ ਦੱਸ ਸਕਦਾ, ਸਮਾਂ ਆਉਣ ਤੇ ਮੈਂ ਜ਼ਰੂਰ ਦੱਸੂ। ਹੁਣ ਜਿਹੜੀਆਂ ਕਨਸੋਆ ਨਿਕਲਦੀਆਂ, ਪਰ ਮੈਂ ਕੈਪਟਨ ਸਾਹਿਬ ਨੂੰ ਗੱਲ ਪੁੱਛੂੰਗਾ, ਕੈਪਟਨ ਸਾਹਿਬ ਤੁਸੀਂ ਕਾਂਗਰਸ ਤੋਂ ਅਸਤੀਫਾ ਦਿੱਤਾ ਵੀ ਸਾਕਾ ਨੀਲਾ ਤਾਰਾ ਹੋਇਆ, ਕਾਂਗਰਸ ਜਿਹੜੀ ਆ ਉਹ ਸਿੱਖ ਵਿਰੋਧੀ ਪਾਰਟੀ ਹੈ, ਤੇ ਮੁੜ ਕੇ ਤੁਹਾਡਾ 1998 ਚ ਕਲਿਆਣ ਹੈ ਕਿ ਕਾਂਗਰਸ ਨੇ ਕੀਤਾ। 97 ਤੁਸੀਂ ਬਾਦਲ ਸਾਹਿਬ ਕੋਲ ਟਿਕਟ ਮੰਗਦੇ ਰਹੇ ਵੀ ਇੱਕ ਮੈਨੂੰ ਟਿਕਟ ਦੇ ਦਿਓ, ਮੈਂ ਇਲੈਕਸ਼ਨ ਲੜਨਾ, ਪਰ ਤੁਹਾਨੂੰ ਇਹ ਵੀ ਟਿਕਟ ਨਹੀਂ ਮਿਲੀ। 98 ਤੁਸੀਂ ਕਾਂਗਰਸ ਆਏ ਤੇ ਕਾਂਗਰਸ ਨੇ ਤੁਹਾਡਾ ਕਲਿਆਣ ਕੀਤਾ। ਜਿਹੜਾ ਬੰਦਾ ਇੱਕ ਟਿਕਟ ਨੂੰ ਤਰਸਦਾ ਸੀ ਉਹ 2002 ਚ ਮੁੱਖ ਮੰਤਰੀ ਬਣ ਗਿਆ। ਤੁਸੀਂ ਉਸੇ ਕਾਂਗਰਸ ਦੀਆਂ ਸਿਫਤਾਂ ਸ਼ੁਰੂ ਕਰਤੀਆਂ, ਉਸੇ ਗਾਂਧੀ ਪਰਿਵਾਰ ਦੀਆਂ ਸਿਫਤਾਂ ਸ਼ੁਰੂ ਕਰਤੀਆਂ। ਹੁਣ ਤੁਸੀਂ ਉਸ ਬੀਜੇਪੀ ਦੇ ਆਗੂ ਨੂੰ ਮਿਲ ਕੇ ਆਏ ਜੇ ਜਿਹੜੇ ਬੀਜੇਪੀ ਦੇ ਆਗੂਆਂ ਨੇ ਬਕਾਇਦਾ ਤੌਰ ਤੇ ਇੱਕ ਕਿਤਾਬ ਛਾਪੀ ਆ, ਮਾਈ ਕੰਟਰੀ ਮਾਈ ਲਾਈਫ, ਜਿਹਦੇ ਵਿੱਚ ਲਿਖਿਆ ਵੀ ਇੰਦਰਾ ਗਾਂਧੀ ਤੇ ਸਾਕਾ ਨੀਲਾ ਤਾਰਾ ਕਰਨ ਲਈ ਤਿਆਰ ਨਹੀਂ ਸੀ, ਦਬਾਅ ਪਾ ਕੇ ਕਰਾਇਆ। ਉਦੋਂ ਦੀਆਂ ਅਖਬਾਰਾਂ ਫਰੋਲ ਲਓ, ਬਕਾਇਦਾ ਤੌਰ ਤੇ ਇੰਦਰਾ ਗਾਂਧੀ ਦੇ ਘਰ ਦੇ ਸਾਹਮਣੇ ਇਹ ਭਾਰਤੀ ਜਨਤਾ ਪਾਰਟੀ ਵਾਲੀ ਜਨਤਾ ਪਾਰਟੀ ਜੋ ਸੀ ਮੁਜ਼ਾਹਰੇ ਕਰਦੇ ਰਹੇ। ਅੱਜ ਤੁਸੀਂ ਉਹਨਾਂ ਕੋਲ ਗਏ ਹੋ, ਬੜੀ ਖੁਸ਼ੀ ਦੀ ਗੱਲ, ਕਿਉਂ ਤੁਹਾਡੀ ਸਿਆਸੀ ਜ਼ਿੰਦਗੀ ਹੈ, ਤੁਹਾਨੂੰ ਸਿਆਸੀ ਜ਼ਿੰਦਗੀ ਤੋਂ ਫਿਰ ਸਾਹ ਨਹੀਂ ਹੋਣਾ, ਚੰਗੀ ਗੱਲ, ਜਾਓ। ਹੁਣ ਕੈਪਟਨ ਸਾਹਿਬ ਨੇ ਅੱਜ ਕੀ ਕਿਹਾ? ਉਹ ਕਹਿੰਦੇ ਮੈਂ ਬੀਜੇਪੀ ਚ ਨਹੀਂ ਜਾਊਂਗਾ। ਹੁਣ ਕਨਸੋਆ ਦੀ ਗੱਲ ਕਰਾਂਗਾ, ਜੋ ਕਨਸੋਆ ਆ ਰਹੀ ਹੈ, ਕਨਸੋਆ ਇਹ ਆ ਰਹੀ ਆ ਵੀ ਕੈਪਟਨ ਅਮਰਿੰਦਰ ਸਿੰਘ ਹੋਰੀ ਪੰਜਾਬ ਪੱਧਰ ਦੀ ਇੱਕ ਪਾਰਟੀ ਖੜੀ ਕਰਨਗੇ ਤੇ ਉਹਦੇ ਵਿੱਚ ਬੀਜੇਪੀ ਦੇ ਵੀ ਕਈ ਬੰਦੇ ਸ਼ਾਮਲ ਹੋਣਗੇ, ਵਰਕਰ ਜਿਹੜੇ, ਉਹਨੂੰ ਪਾਣੀ ਦੇਣ ਵਾਸਤੇ, ਉਹਨੂੰ ਤਾਂ ਚੁੱਕਣ ਵਾਸਤੇ ਤੇ ਇਲੈਕਸ਼ਨ ਦੇ ਵਿੱਚ ਮੁੜ ਕੇ ਉਹ ਜਿਹੜੀ ਪਾਰਟੀ ਆ ਕਾਂਗਰਸ ਦੇ ਖਿਲਾਫ ਜਿਹੜੀ ਆ ਉਹ ਬੀਜੇਪੀ ਦੀ ਮਦਦ। ਇਹ ਵੀ ਪਤਾ ਲੱਗਾ ਵਾ
ਕਿ ਕੈਪਟਨ ਸਾਹਿਬ ਨੂੰ ਉੱਤਰਾਖੰਡ ਤੋਂ ਬਕਾਇਦਾ ਤੌਰ ਤੇ ਰਾਜ ਸਭਾ ਦਾ ਮੈਂਬਰ ਲਿਆ ਜਾ ਰਿਹਾ, ਪਰ ਇਹ ਮੇਰੇ ਗੱਲ ਗਲੇ ਸੜ ਖਲੋ ਥੱਲੇ ਨਹੀਂ ਉਤਰਦੀ। ਕਿਉਂ ਨਹੀਂ ਉਤਰਦੀ? ਕਿਉਂਕਿ ਬੀਜੇਪੀ ਨੇ ਆਪਣੇ ਆਗੂ ਜਿਹੜੇ ਆ ਉਹ ਮਾਰਗ ਦਰਸ਼ਕ ਮੰਡਲ ਦੇ ਵਿੱਚ ਭੇਜੇ ਨੇ, ਜਿਹੜੇ 75 ਸਾਲ ਤੋਂ ਉੱਪਰ ਨੇ, ਜਿਨ੍ਹਾਂ ਨੇ ਬੜੀ ਘਾਲਣਾ ਘਾਲੀ ਬੀਜੇਪੀ ਸਰਕਾਰਾਂ ਬਣਾਉਣ ਵਾਸਤੇ, ਮੰਦਰ ਬਣਾਉਣ ਵਾਸਤੇ, ਲੋਕਾਂ ਦਾ ਧਰੁਵੀਕਰਨ ਵਾਸਤੇ। ਅਡਵਾਨੀ ਵਰਗੇ, ਮੁਰਲੀ ਮਨੋਹਰ ਜੋਸ਼ੀ ਵਰਗੇ, ਬੀਬੀ ਉਮਾ ਭਾਰਤੀ ਵਰਗੇ, ਉਹ ਸਾਰੇ ਮਾਰਗ ਦਰਸ਼ਕ ਮੰਡਲ 'ਚ ਭੇਜੇ ਨੇ। ਤੇ ਫਿਰ ਕੈਪਟਨ ਸਾਹਿਬ ਜਿਹੜੇ 79-80 ਸਾਲ ਦੇ ਹੋ ਗਏ, ਇਹਨਾਂ ਨੂੰ ਕਿਵੇਂ ਉਹਨਾਂ ਨੇ ਸਰਕਾਰ ਦੇ ਜੀ। ਇਹ ਗੱਲ ਮੇਰੇ ਗੱਲ ਥੱਲੇ ਨਹੀਂ ਉਤਰਦੀ। ਜਿਹੜੇ ਇਹ ਗੱਲ ਕਹਿੰਦੇ ਆ ਸ਼ਾਇਦ ਉਹਨਾਂ ਦੀ ਗੱਲ ਸੱਚੀ ਹੋਵੇ, ਮੈਨੂੰ ਨਹੀਂ ਪਤਾ ਇਸ ਗੱਲ ਦਾ, ਲੇਕਿਨ ਇੱਕ ਅਨਸੋਆ ਨੇ। ਲੇਕਿਨ 2 ਤਰੀਕ ਨੂੰ ਸ਼ਾਇਦ 2 ਅਕਤੂਬਰ ਨੂੰ ਮਹਾਤਮਾ ਗਾਂਧੀ ਜਨਮ ਦਿਵਸ ਤੇ ਲਾਲ ਬਹਾਦਰੀ ਦੇ ਜਨਮ ਦਿਵਸ ਦੇ ਉੱਤੇ ਸ਼ਾਇਦ ਉਸ ਦਿਨ ਕੈਪਟਨ ਸਾਹਿਬ ਆਪਣੀ ਕੋਈ ਪਾਰਟੀ ਫਲੋਟ ਕਰਨਗੇ, ਉਹਦੀ ਨਾ ਜਾਂ ਉਦੋਂ ਬਾਅਦ ਕਰ ਲੈਣਗੇ। ਪਾਰਟੀ ਨਾਲ ਫਲੋਟ ਆਪਣੀ ਕਰਨੀ ਹੈ। ਤੇ ਨਾਲ ਉਹਨੇ ਕਿਹਾ ਕਿ ਸਿੱਧੂ ਇਜ਼ ਨਾਟ ਫਿਟ ਫਾਰ ਦਾ ਪੋਲਿਟਿਕਸ, ਸਿੱਧੂ ਨਾਟ ਫਿਟ ਫਾਰ ਦਾ ਗਵਰਨਮੈਂਟ। ਉਹਨੇ ਕਿਹਾ ਜੋ ਮਰਜ਼ੀ ਕਰ ਲੈ, ਜਿੱਥੋਂ ਮਰਜ਼ੀ ਸਿੱਧੂ ਖੜ ਜੇ, ਮੈਂ ਇਹਨੂੰ ਜਿੱਤਣ ਨਹੀਂ ਦੇਵਾਂਗੇ ਜੋ ਮਰਜ਼ੀ। ਕੀ ਗੱਲ ਆ ਜੀ? ਪਰ ਉਹ ਮੁਕਾਬਲਾ ਕਰਨਾ ਚਾਹੀਦਾ। ਜੇ ਤੁਹਾਡੇ ਉਹ ਜੋੜਾ 'ਚ ਬਹਿ ਸਕਦਾ, ਤੁਹਾਡੀ ਮੁੱਖ ਮੰਤਰੀ ਸ਼ਿਵ ਖਾ ਸਕਦਾ, ਤਾਂ ਕਰਨਾ ਚਾਹੀਦਾ ਵਾ ਜੀ। ਅੱਜ ਦੀ ਡੇਟ ਦੇ ਵਿੱਚ ਰਾਣਾ ਗੁਰਜੀਤ ਸਿੰਘ ਤੇ ਖਹਿਰਾ, ਸੁਖਪਾਲ ਖਹਿਰਾ, ਦੋਵੇਂ ਇੱਕੇ ਪਾਰਟੀ 'ਚ ਇਸ ਵੇਲੇ, ਦੋਵਾਂ ਦੀ ਇਸੇ ਕਰਕੇ ਲੱਗਦੀ ਹੈ। ਉਹਦੇ ਹਲਕੇ 'ਚ ਉਹਦੇ ਵਿਰੁੱਧ ਪ੍ਰਚਾਰ ਕਰਦਾ, ਉਹਦੇ ਵਿਰੁੱਧ ਪ੍ਰਚਾਰ ਕਰਦਾ। ਕੈਪਟਨ ਸਾਹਿਬ ਕਰਦੇ ਨੇ ਸਿੱਧੂ ਦੇ ਖਿਲਾਫ, ਕੋਈ ਗੱਲ ਨਹੀਂ, ਕਹਿਣ ਵੀ ਕੈਪਟਨ ਫਿੱਟ ਨਹੀਂ ਹੈਗਾ। ਤੇ ਜਿਸ ਦਿਨ ਕੈਪਟਨ ਨੇ ਜੁਆਇਨ ਕੀਤਾ ਸੀ, ਕਹਿੰਦੇ ਮੇਰਾ ਪੁੱਤਰ ਹੈਗਾ, ਮੇਰਾ ਬੱਚਾ ਹੈਗਾ। ਜੇ ਸਿੱਧੂ ਮੇਰਾ ਬੱਚਾ ਕੋਈ ਗੱਲ ਨਹੀਂ ਹੈਗੀ। ਚਲੋ ਪੁੱਤ ਕਪੁੱਤ ਹੁੰਦੇ ਵੇਖੇ ਸੀ, ਮਾਪੇ ਕਮਾਕੇ ਜੇ ਘੱਟ ਹੀ ਹੁੰਦੇ ਆ, ਉਹ ਹੋ ਗਿਆ ਵੱਖਰੀ ਗੱਲ ਆ। ਲੇਕਿਨ ਕੈਪਟਨ ਸਾਹਿਬ ਨੂੰ ਇਹ ਗੱਲ ਯਾਦ ਜ਼ਰੂਰ ਰੱਖਣੀ ਚਾਹੀਦੀ ਆ। ਉਹਨਾਂ ਨੂੰ ਚਾਹੀਦਾ ਸੀ ਵੀ ਜਿੰਨੀ ਤੁਹਾਡੀ ਉਮਰ, ਹੁਣ ਤੁਸੀਂ ਉਹ ਕੰਮ ਨਹੀਂ ਕਰ ਸਕਦੇ, ਨਾ ਤੁਰ ਫਿਰ ਸਕਦੇ ਹੋ, ਤੁਸੀਂ ਥੋੜਾ ਜਿਹਾ ਵੱਧ ਬੋਲੋ, ਤੁਹਾਨੂੰ ਸਾਹ ਚੜ ਜਾਂਦਾ ਜੀ। ਕਈ ਬਿਮਾਰੀਆਂ ਤੁਸੀਂ ਪੀੜਤ ਹੋ, ਇੰਜੈਕਸ਼ਨਾਂ ਤੇ ਦਵਾਈਆਂ 'ਚ ਤੁਸੀਂ ਜ਼ਿੰਦਗੀ ਜੀ ਰਹੇ ਹੋ ਆਪਣੀ। ਇਸੇ ਕਰਕੇ ਤੁਹਾਨੂੰ ਚਾਹੀਦਾ ਸੀ ਕਾਂਗਰਸ ਵੀ ਇੱਕ ਮਾਰਗ ਦਰਸ਼ਕ ਮੰਡਲ ਬਣਾ ਦੇਵੇ, ਉਹਦੇ ਵਿੱਚ G23 ਵਾਲੇ ਤੇ ਕੈਪਟਨ ਸਾਹਿਬ ਵਰਗੇ ਨੂੰ ਬਿਠਾ ਦੇਵੇ, ਸਾਨੂੰ ਤੁਸੀਂ ਐਡਵਾਈਸ ਕਰਿਆ ਕਰੋ ਅਸੀਂ ਕਰਨਾ ਕੀ। ਇਸ ਕਰਕੇ ਮੈਨੂੰ ਨਹੀਂ ਉਮੀਦ ਕਿ ਜੇ ਇਹਨੂੰ 75 ਸਾਲ ਦੇ ਵੱਧ ਉਮਰ ਦੇ ਬਜ਼ੁਰਗ ਨੂੰ ਉਹਨਾਂ ਨੇ ਉੱਥੋਂ ਉੱਤਰਾਖੰਡ ਤੋਂ ਇਲੈਕਸ਼ਨ ਲਾ ਕੇ ਰਾਜ ਸਭਾ 'ਚ ਭੇਜਿਆ ਤੇ ਉੱਥੇ RSS ਵੀ ਇਤਰਾਜ਼ ਕਰੇਗੀ। ਉੱਥੇ ਬਕਾਇਦਾ ਤੌਰ ਤੇ ਉਹ ਬਜ਼ੁਰਗ ਜਿਹੜੇ ਬੈਠੇ ਨੇ, ਜਿਨ੍ਹਾਂ ਪ੍ਰਵਾਨ ਚੜਾਇਆ ਮੋਦੀ ਸਾਹਿਬ ਨੂੰ, ਜਿਨ੍ਹਾਂ ਨੇ ਮੋਦੀ ਸਾਹਿਬ ਨੂੰ ਪ੍ਰਾਈਮ ਮਿਨਿਸਟਰ ਬਣਾਇਆ, ਕੋਕੇ ਜੜਦੇ ਰਹਿ ਗਏ ਅਡਵਾਨੀ ਸਾਹਿਬ ਕੁਰਸੀ ਨੂੰ। ਆਖਰੀ ਬਾਈ ਰਹਿ ਗਈ ਜਦੋਂ ਕੁਰਸੀ, ਉਦੋਂ ਆ ਕੇ ਮੋਦੀ ਸਾਹਿਬ ਕੁਰਸੀ ਦੇ ਰਹਿ ਗਏ। ਇਸ ਕਰਕੇ ਕੈਪਟਨ ਸਾਹਿਬ ਬਣਾਉਣਗੇ ਆਪਣੀ ਪਾਰਟੀ ਕਾਂਗਰਸ ਦੇ ਜੋੜਾਂ ਵਿੱਚ ਬਹਿਣ ਵਾਸਤੇ। ਲੇਕਿਨ ਮੈਨੂੰ ਉਮੀਦ ਨਹੀਂ, ਅੱਗੇ ਵੀ ਪਾਰਟੀਆਂ ਬਣਾ ਚੁੱਕੇ ਨੇ, ਪਾਰਟੀਆਂ ਬਦਲ ਚੁੱਕੇ ਨੇ। ਅੱਗੇ ਵੀ ਪਾਰਟੀ ਬਣਾਈ ਸੀਗੀ, ਤੁਹਾਨੂੰ ਪਤਾ, ਇਹ 1992 ਚ 2 ਸੀਟਾਂ ਨੂੰ ਇਲੈਕਸ਼ਨ ਲੜੇ ਸੀ। ਇੱਕ ਸਮਾਣੇ ਤੋਂ ਲੜੇ ਸੀ, ਇੱਕ ਬਨੂੜ ਤੋਂ ਲੜੇ ਸੀ ਜੀ। ਇੱਕ ਜਗ੍ਹਾ ਇਹ ਅਨਕੰਟੈਸਟਡ ਕੋਈ ਮੁਈਜ਼ਰ ਬੱਖੜ ਨੇ ਦਿੱਤਾ, ਦੂਜੀ ਜਗ੍ਹਾ ਤੇ ਇਹਨਾਂ ਨੂੰ 872 ਵੋਟਾਂ ਪਈਆਂ ਸੀ ਸਿਰਫ। ਬਸਪਾ ਪਾਰਟੀ ਜਿਹੜੀ ਉਹ ਦੂਸਰੇ ਨੰਬਰ ਤੇ ਰਹੀ ਸੀ। ਇਸੇ ਕਰਕੇ ਕੈਪਟਨ ਸਾਹਿਬ ਤੁਸੀਂ ਇਤਿਹਾਸ ਆਪਣਾ ਯਾਦ ਰੱਖੋ, ਪਾਰਟੀ ਬਣਾ ਕੇ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਤੁਸੀਂ ਜੇ ਚੰਗਾ ਹੁੰਦਾ ਕਾਂਗਰਸ ਵਿੱਚ ਲੈ ਕੇ ਆਪਣੀ ਜੰਗ ਲੜਦੇ, ਕੱਲ ਨੂੰ ਕਾਂਗਰਸ ਸਰਕਾਰ ਸੈਂਟਰ 'ਚ ਬਣ ਜਾਂਦੀ ਜਾਂ ਕਿ ਸੋਸ਼ਲ ਸਰਕਾਰ ਬਣਦੀ, ਤੁਹਾਨੂੰ ਕਿਤੇ ਕਿਤੇ ਟਿਕਾਣੇ ਲਾ ਦਿੰਦੇ ਹੋ ਜੀ ਜੀ। ਕੱਲ ਨੂੰ ਤੁਸੀਂ ਦਾਅਵੇਦਾਰ ਬਣਦੇ ਨੂੰ ਉਪ ਰਾਸ਼ਟਰਪਤੀ ਬਣਾ ਦਿਓ ਜੀ। ਜਦੋਂ ਤੁਸੀਂ ਏਦਾਂ ਕਰੋਗੇ, ਤੁਸੀਂ ਆਪਣੀ ਮਹਾਰਾਣੀ ਪ੍ਰਨੀਤ ਕੌਰ ਜਿਹੜੀ ਆਪਣੀ ਪਤਨੀ ਆ, ਉਹਦਾ ਵੀ ਕੰਮ ਖਰਾਬ ਕਰੋਗੇ, ਮੁੜ ਕੇ ਉਹਨੂੰ ਟਿਕਟ ਨਹੀਂ ਮਿਲਣੀ ਉੱਥੋਂ ਕਾਂਗਰਸ ਜੀ। ਕਾਲ ਆਨ ਦੀ 에ਅਰ ਜੀ। ਕਾਲਰਸ ਨੂੰ ਬੇਨਤੀ ਹੈ ਜੀ ਕਿ ਸਵਾਲ ਛੋਟਾ ਹੋਵੇ, ਬਿਕਾਜ਼ ਸਾਡੇ ਕੋਲ ਸਮਾਂ ਅੱਜ ਉਨਾ ਹੀ ਹੈ। ਲੈਂਦੇ ਨੈਕਸਟ ਕਾਲ ਆਨ ਦੀ 에ਅਰ। ਹੈਲੋ ਚਾਵਲਾ ਪਟੀ ਸਾਹਿਬ ਤੇ ਸਾਰੇ ਛੋਟਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਦਾ। ਸਤਿ ਸ਼੍ਰੀ ਅਕਾਲ ਜੀ। ਪਟੀ ਸਾਹਿਬ, ਮੈਂ ਜਿਹੜਾ ਤੁਸੀਂ ਪਹਿਲਾਂ ਐਨਾਲਿਸਿਸ ਕੀਤਾ ਕੈਪਟਨ ਸਾਹਿਬ ਦੇ ਬਾਰੇ 'ਚ, ਮੈਂ ਕੱਲ ਇਹ ਐਨਾਲਿਸਿਸ ਮੈਂ ਕੱਲ ਕੀਤਾ ਸੀ, ਹਾਲਾਂਕਿ ਮੈਂ ਰੇਡੀਓ ਤੇ ਬੋਲਿਆ ਨਹੀਂ। ਔਰ ਇਹ ਐਨਾਲਿਸਿਸ ਜਿਹੜਾ ਤੁਹਾਡਾ ਪਹਿਲਾ ਬਿਲਕੁਲ ਠੀਕ ਹੈ ਕਿ ਲੱਗਦਾ ਏਦਾਂ ਹੀ ਹੋਣ ਜਾ ਰਿਹਾ ਜਿੱਦਾਂ ਤੁਸੀਂ ਕਹਿ ਰਹੇ ਸੀ। ਲੇਕਿਨ ਜਿਹੜਾ ਤੁਹਾਡਾ ਲਾਸਟ ਵਰਡ ਦੇ ਐਨਾਲਿਸਿਸ ਦੇ, ਉਹਨਾਂ ਮੈਂ ਸਹਿਮਤ ਨਹੀਂ ਹਾਂ। ਕੈਪਟਨ ਸਾਹਿਬ ਬੜੇ ਸੂਝਵਾਨ ਬੰਦੇ ਨੇ, ਪੋਲੀਟਿਕਸ 'ਚ ਬੜਾ ਲੰਬਾ ਐਕਸਪੀਰੀਅੰਸ ਹੈ ਉਹਨਾਂ ਦਾ।
ਤੇ ਮੈਂ ਉਹਨਾਂ ਦਾ ਬਹੁਤ ਵੱਡਾ ਭਗਤ ਹਾਂ। ਔਰ ਜੀ ਜੀ ਮੈਂ ਸੋਚਦਾ ਕਿ ਜੋ ਕੁਛ ਉਹਨਾਂ ਨਾਲ ਜਿਸ ਇਹ ਤਰੀਕਾ ਗਲਤ ਹੋਇਆ, ਜੋ ਕੁਛ ਵੀ ਹੋਇਆ, ਇਹ ਸਭ ਕੁਛ ਕੀਤਾ ਜਾ ਸਕਦਾ ਸੀ ਜੇ ਪਾਰਟੀ ਜਿਹੜੀ ਉਹ ਧੰਮਲ ਨਾਲ ਕੰਮ ਲੈਂਦੀ, ਤੇ ਜਿਹਨੂੰ ਗਾਂ ਲਿਆਂਦਾ ਉਹ ਪਤਾ ਨਹੀਂ ਕੀ ਕਰਦਾ ਫਿਰਦਾ, ਕੀ ਨਾਂ ਲੈਣਾ ਤੁਹਾਨੂੰ ਪਤਾ ਹੀ ਹੈ ਸਾਰਾ। ਸੋ ਲੈਟਸ ਹੋਪ ਕਿ ਪੰਜਾਬ ਦੇ ਵਿੱਚ ਸੁੱਖ ਸ਼ਾਂਤ ਹੋ ਜਾਵੇ, ਇਹ ਜਿਹੜਾ ਕਾਂਗਰਸ ਦਾ ਰੌਲਾ ਰੱਪਾ ਵਾ ਇਹ ਜੀ ਸੈਟਲ ਹੋ ਜਾਏ ਤੇ ਚੰਗਾ ਰਹੇਗਾ ਪੰਜਾਬ ਵਾਸਤੇ। ਜੀ ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਜੀ। ਜੀ ਭੱਟੀ ਸਾਹਿਬ, ਜਿਹੜੀ ਵੀਰ ਜੀ ਤੁਸੀਂ ਗੱਲ ਕੀਤੀ ਆ, ਮੈਂ ਸ਼ਾਇਦ ਤੁਹਾਡੇ ਨੂੰ ਕੈਪਟਨ ਸਾਹਿਬ ਜ਼ਿਆਦਾ ਭਗਤ ਹੋਵਾਂ। ਕਿਉਂ ਭਗਤ ਹੋਵਾਂ? 2002 ਤੋਂ ਲੈ ਕੇ 2007 ਤੱਕ ਜਿਹੜੇ ਕੰਮ ਕੀਤੇ, ਮੈਂ ਆਪਣੀ ਅਖਬਾਰ 'ਚ ਫਰੰਟ ਪੇਜ ਤੇ ਸੁਣੀਏ ਸ਼ਬਦ ਆਇਆ। ਪੱਤਰਕਾਰ, ਮੈਂ ਇੱਕ ਪੱਤਰਕਾਰ ਦੇ ਨਜ਼ਰੀਏ ਭਗਤ ਹੋਣ ਦੇ ਨਾਲ ਇੱਕ ਪੱਤਰਕਾਰ ਦੇ ਨਜ਼ਰੀਏ ਤੋਂ ਵੇਖਣਾ। ਮੈਂ ਤੁਹਾਨੂੰ ਪਿਛਲਾ ਵਰਤਾਂਤ ਦੱਸਿਆ ਵੀ ਪਹਿਲਾਂ ਵੀ ਕੈਪਟਨ ਸਾਹਿਬ ਨੇ ਪਾਰਟੀਆਂ ਬਣਾਈਆਂ ਸੀ, ਲੇਕਿਨ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਸੀ। ਅੱਜ ਵੀ ਮੈਂ ਇਹ ਗੱਲ ਕਹਿਣਾ ਕਿ ਨਵੀਂ ਪਾਰਟੀ ਬਣਾ ਕੇ ਜੇ ਤੁਸੀਂ ਕਹੋ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਕੋਈ ਅਸੀਂ ਕੁਝ ਮਾੜਾ ਮੋਟਾ ਆਪਣਾ ਕੋਈ ਉਮੀਦਵਾਰ ਜਿਤਾ ਲਈਏ, ਮੈਨੂੰ ਉਮੀਦ ਨਹੀਂ ਇਹਦੀ ਗੱਲ ਦੀ। ਬੜਾ ਔਖਾ ਹੈਗਾ। ਅੱਜ ਸਿੱਧੂ ਬਾਹਰ ਆ ਕੇ ਪਾਰਟੀ ਬਣਾ ਕੇ ਮਰੇ ਤੇ ਮੈਨੂੰ ਮੈਂ ਛੱਡੋ ਵੀ ਆਪਣੀ ਸੀਟ ਨਹੀਂ ਜਿੱਤ ਸਕਿਓ। ਕੈਪਟਨ ਸਾਹਿਬ ਇਹ ਗੱਲ ਤਾਂ ਹੈਗੀ ਕਿ ਮੈਂ ਆਪਣੀ ਗੱਲ ਕਰਦਾ। 16 ਜੁਲਾਈ 2016 ਨੂੰ ਮੈਂ ਕੈਪਟਨ ਸਾਹਿਬ ਨੂੰ ਪੱਤਰਕਾਰਾਂ ਦਾ ਇੱਕ ਮੰਗ ਪੱਤਰ ਲੈ ਕੇ ਡੈਪੂਟੇਸ਼ਨ ਲੈ ਕੇ ਮਿਲਿਆ ਬਕਾਇਦਾ ਜੀ। ਅੱਧਾ ਘੰਟਾ ਬਹਿ ਕੇ ਮੇਰੇ ਨਾਲ ਡਿਸਕਸ ਸਾਰੇ ਪੁਆਇੰਟ। ਮੈਨੂੰ ਕਹਿੰਦੇ ਜੇ ਮੇਰੀ ਸਰਕਾਰ ਬਣੂਗੀ ਤੁਹਾਡੀਆਂ ਆਹ 4 ਮੰਗਾਂ ਪਹਿਲ ਦੇ ਤੌਰ ਤੇ ਕਰਵਾਉਣੀਆਂ। ਔਰ ਉਸ ਤੋਂ ਬਾਅਦ ਇਹ ਆਏ ਨੇ ਮੇਰੇ ਖਿਆਲ 8 ਮਈ ਕਿ 10 ਮਈ 2017 ਨੂੰ ਮੱਥਾ ਟੇਕਣ ਆਏ ਨੇ ਦਰਬਾਰ ਸਾਹਿਬ ਤੇ ਕੋਈ ਨਹੀਂ ਮਿਲਿਆ। ਪਰ ਮੈਂ ਇੱਕ ਡੈਪੂਟੇਸ਼ਨ ਮੇਰੇ ਨਾਲ ਪੱਤਰਕਾਰ ਮਿਲਿਆ ਜੀ, ਬਾਕੀ ਕਿਸੇ ਨਹੀਂ ਮਿਲੇ, ਸਾਨੂੰ ਮਿਲੇ। ਤੇ ਮੈਂ ਉਹਨਾਂ ਨੂੰ ਵਧਾਈ ਦਿੱਤੀ। ਮੈਂ ਕਿਹਾ ਕੈਪਟਨ ਸਾਹਿਬ ਤੁਹਾਨੂੰ ਵਧਾਈ ਹੋਵੇ, ਬਹੁਤ ਵਧਾਈ ਹੋਵੇ। ਤੁਸੀਂ ਕਹਿੰਦੇ ਵੀ ਜਿੰਨਾ ਚਿਰ ਤੁਹਾਡੀ ਜ਼ਿੰਦਗੀ ਬਾਕੀ ਹੈ ਤੁਸੀਂ ਪੰਜਾਬ ਦੀ ਸੇਵਾ ਕਰਦੇ ਹੋ। ਬੜੇ ਖੁਸ਼ ਹੋਏ। ਮੈਂ ਕਿਹਾ ਜੀ ਕੈਪਟਨ ਸਾਹਿਬ ਆਹ ਮੇਰਾ ਮੰਗ ਪੱਤਰ ਕਹਿੰਦਾ ਦੇ ਦਿਓ ਮੈਨੂੰ। ਤੁਹਾਡੀਆਂ 4 ਮੰਗਾਂ ਬੰਦੇ ਨੇ ਗਿਣ ਕੇ ਦੱਸੇ, ਮੈਨੂੰ ਯਾਦ ਇੰਨੀ ਯਾਦ ਦੱਸੀ ਉਹਦੀ ਬੰਦੀ। ਔਰ ਸਾਡੀਆਂ ਉਹ 4 ਮੰਗਾਂ ਉਹਨਾਂ ਪ੍ਰਵਾਨ ਕੀਤੀਆਂ। ਮੈਂ ਨਹੀਂ ਕਹਿੰਦਾ ਬਾਕੀ ਜਿਹੜਾ ਕੰਮ ਕੀਤਾ ਨਹੀਂ ਕੀਤਾ। ਪੰਜਾਬ ਅਸੀਂ ਬਾਦਲ ਸਾਹਿਬ ਨੂੰ ਮਿਲਦੇ ਰਹੇ, 32 ਮੰਗ ਪੱਤਰ ਦਿੱਤੇ। ਬਾਦਲ ਸਾਹਿਬ ਨੂੰ 5 ਵਾਰੀ ਜਾ ਕੇ ਮਿਲਿਆ ਤੇ ਗੱਲਾਂ ਕੀਤੀਆਂ। ਨਾ ਲੋ ਜੀ ਸਰਦਾਰ ਜੀ ਕੰਮ ਹੋਇਆ, ਥਾਣੇ ਨੂੰ ਕਰਤਾ, ਮੈਂ ਢਿਗਣ ਨੂੰ ਕਰਤਾ, ਗੱਲਾਂ ਕੀਤੀ। ਕੈਪਟਨ ਸਾਹਿਬ ਦੀਆਂ ਮੇਰੀਆਂ 2 ਮੁਲਾਕਾਤ ਹੋਈਆਂ। ਤੀਜੀ ਮੁਲਾਕਾਤ ਮੇਰੀ ਉਹਨਾਂ ਦੀ ਪ੍ਰੈਸ ਕਾਨਫਰੰਸ ਵਿੱਚ ਹੋਈ ਸੀ। ਮੈਂ ਉਹਨਾਂ ਪ੍ਰੈਸ ਕਾਨਫਰੰਸ ਚੱਲਦੀ ਕਿੰਨੀ ਗੱਲ ਕਹੀ ਸੀ ਜੀ। ਮੈਂ ਕਿਹਾ ਤੁਸੀਂ ਪੱਤਰਕਾਰਾਂ ਦੀ ਪਰਵਾਹ ਨਹੀਂ ਕਰਦੇ, ਜੇ ਸਾਡੇ ਤੇ ਲਾਠੀ ਚਾਰਜ ਕਦੀ ਕਾਲੀ ਨਾ ਕਰਦੀ ਤੇ ਤੁਹਾਨੂੰ ਸ਼ਾਇਦ ਸਾਡੀ 5 ਲੱਖ ਫੁੱਟ ਸਾਡੀਆਂ ਪਰਿਵਾਰਾਂ ਦੀਆਂ ਹੈਗੀਆਂ ਪੱਤਰਕਾਰਾਂ ਦੀਆਂ, ਉਹ ਤੁਹਾਨੂੰ ਮਿਲੀਆਂ। ਫਿਰ ਮੁੱਖ ਮੰਤਰੀ ਬਣੇ ਤੁਸੀਂ ਜੀ। ਉਹਨਾਂ ਨੇ ਫਿਰ ਮੇਰੇ ਤੋਂ ਗੱਲਾਂ ਕੀਤਾ, ਯਾਰ ਤੂੰ ਮੇਰੇ ਬਾਅਦ ਚ ਗੱਲ ਕਰਨੀ ਵੀ ਕਰਨੀ। ਮੈਂ ਕਿਹਾ ਜੀ ਮੈਨੂੰ ਗੁੱਸਾ ਸੀ ਤੁਹਾਡੇ ਤੇ ਇਸ ਗੱਲ ਦਾ, ਤੁਸੀਂ ਗੱਲ ਹੀ ਨਹੀਂ ਸਮਝ ਸਕਦੀ ਕਿਸੇ ਦੀ। ਲੇਕਿਨ ਉਹਨਾਂ ਬੰਦਿਆਂ ਨੇ ਪੱਤਰਕਾਰਾਂ ਦੀ ਪੈਨਸ਼ਨ ਲਾਉਣੀ। ਬਾਦਲ ਸਾਹਿਬ ਕਹਿੰਦੇ ਰਹੇ ਵੀ ਇਹ ਜਿਹੜੇ ਪੱਤਰਕਾਰ ਨੇ ਕੋਈ ਆਪਣੇ ਸਰਕਾਰੀ ਮੁਲਾਜ਼ਮ ਨੇ। 12,000 ਰੁਪਇਆ ਪੱਤਰਕਾਰਾਂ ਦੀ 60 ਸਾਲ ਉਮਰ ਤੋਂ ਜਿਹੜੀ ਵਾਧਾ, ਜਿਨ੍ਹਾਂ ਦੀ 20 ਸਾਲ ਦਾ ਤਜਰਬਾ, ਜਿਨ੍ਹਾਂ 20 ਸਾਲ ਕੰਮ ਕੀਤਾ, 5 ਸਾਲ ਦੀ ਐਕਰੀਡੇਸ਼ਨ, ਅਖਬਾਰ ਨੇ ਲਿਖ ਕੇ ਦਿੱਤਾ ਵੀ ਇਹ ਬੰਦੇ ਰਿਟਾਇਰ ਕਰ ਦਿੱਤੇ ਗਏ। ਉਹਨਾਂ ਦੀ 12,000 ਪੈਨਸ਼ਨ ਲਈ ਉਹ ਕੈਪਟਨ ਸਾਹਿਬ ਨੇ। ਕਰਕੇ ਮੈਂ ਤੁਹਾਨੂੰ ਜ਼ਿਆਦਾ ਫੈਨ ਹੋਊਗਾ ਜੀ। ਲੇਕਿਨ ਜਿਹੜੀ ਗੱਲ ਗਲਤ ਨੂੰ ਗਲਤ ਕਵਾਂਗੇ ਆਪਣੇ ਹਿਸਾਬ ਨਾਲ, ਹੁਣ ਤੁਹਾਡੇ ਹਿਸਾਬ ਨਾਲ ਨਹੀਂ, ਵੱਖਰੀ ਗੱਲ ਹੈ। ਇਸ ਕਰਕੇ ਕੈਪਟਨ ਸਾਹਿਬ ਨੂੰ ਇੱਕੋ ਗੱਲ ਕਹਿੰਦੇ ਆ ਕਿ ਜਿੰਨਾ ਤੁਹਾਨੂੰ ਮਾਣ ਤੇ ਸਤਿਕਾਰ ਜਿਹੜਾ ਕਾਂਗਰਸ ਪਾਰਟੀ ਨੇ 3 ਵਾਰੀ ਤੁਹਾਨੂੰ ਉਹਨਾਂ ਪ੍ਰਧਾਨ ਬਣਾਇਆ, 2 ਵਾਰੀ ਤੁਹਾਨੂੰ ਉਹਨਾਂ ਨੇ ਮੁੱਖ ਮੰਤਰੀ ਬਣਾਇਆ, 1 ਵਾਰੀ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਸਭ ਤੋਂ ਵੱਧ ਵੋਟਾਂ ਨਾਲ ਜਿਤਾਇਆ, MP ਬਣਾਇਆ ਤੁਹਾਨੂੰ। ਔਰ ਮੈਂ ਪਹਿਲੇ ਦਿਨ ਕੈਪਟਨ ਸਾਹਿਬ ਨੂੰ ਕਿਹਾ ਸੀ, ਮੈਂ ਕਿਹਾ ਕੈਪਟਨ ਸਾਹਿਬ ਤੁਸੀਂ ਆ ਗਏ ਅੰਮ੍ਰਿਤਸਰ, ਮੇਰੀ ਜਿਹੜੀ ਰਿਪੋਰਟ ਆ CID ਦੀ ਰਿਪੋਰਟ ਆ ਉਹ ਗੱਲ ਕਹਿੰਦੇ ਵੀ ਕੈਪਟਨ ਸਾਹਿਬ ਨੂੰ ਜਾ ਕੇ ਬਾਅਦ ਰੈਜੀਮੈਂਟ ਹੋ ਗਏ, ਲੱਖ ਤੋਂ ਲੈ ਕੇ 1.5 ਲੱਖ ਜਿੱਤੋਗੇ ਤੁਸੀਂ। 1,04,000 ਜੋ ਤੁਹਾਡੇ ਤੋਂ ਵੱਧ ਫੈਨ ਉਹਨਾਂ ਦਾ ਹੈਗਾ। ਲੇਕਿਨ ਜਿਹੜੀ ਗੱਲ ਸੱਚੀ ਆਪਾਂ ਤੋਂ ਨਹੀਂ ਪੱਛ ਜੀ, ਉਹ ਗੱਲ ਕਵਾਂਗੇ ਆਪਾਂ ਜਦੋਂ ਕੈਪਟਨ ਸਾਹਿਬ ਮਿਲੇਗੇ ਮੂੰਹ ਤੇ ਕਵਾਂਗੇ ਜੀ। ਭੱਟੀ ਸਾਹਿਬ ਸਾਰੀ ਕਾਲਾਂ ਫਲੈਸ਼ ਕਰਦੇ ਨੇ, ਅਸੀਂ ਇੱਕ ਬਾਈ ਇੱਕ ਕਾਲ ਸਾਰੇ ਲੈਂਦੇ ਆਉਂਦੀ ਹੈ। ਕਾਲਰਸ ਨੂੰ ਬੇਨਤੀ ਹੈ ਜੀ ਕਿ ਸਵਾਲ ਛੋਟਾ ਹੋਵੇ ਜੀ, ਟਾਈਮ ਸਾਡਾ ਅੱਜ ਉਹਨਾਂ ਕੀ ਹੈ। ਲੈਂਦੇ ਨੈਕਸਟ ਕਾਲ ਆਉਂਦੀ ਹੈ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੱਟੀ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰੇ 2 ਕੁਐਸਚਨ ਨੇ ਭੱਟੀ ਸਾਹਿਬ ਨੂੰ, ਮੈਂ ਸ਼ਾਰਟ ਹੀ ਰੱਖਾਂਗਾ। ਪਹਿਲਾ ਤਾਂ ਇਹ ਹੈ ਕਿ ਹੁਣ ਸਿੱਧੂ ਸਾਹਿਬ ਅੱਜ ਜੋ ਖਬਰਾਂ ਆ ਰਹੀਆਂ ਨੇ ਉਹ ਉਹਦੇ ਮੁਤਾਬਿਕ ਉਹ ਕੰਟੀਨਿਊ ਕਰਨਗੇ ਆਪਣੀ ਜਿਹੜੀ ਪ੍ਰੈਜ਼ੀਡੈਂਟਸ਼ਿਪ ਹੈਗੀ ਔਰ ਕਾਂਗਰਸ ਨੂੰ ਲੀਡ ਕਰਨਗੇ। ਕੀ ਤੁਹਾਨੂੰ ਲੱਗਦਾ ਹੈ ਕਿ ਜੋ ਵੀ ਉਹਨਾਂ ਨੇ ਪਿਛਲੇ 3-4 ਦਿਨਾਂ ਜਾਂ ਜਦੋਂ ਦੇ ਪ੍ਰਧਾਨ ਬਣੇ ਦੇ ਜੋ ਵੀ ਕੁਛ ਉਹਨਾਂ ਨੇ ਜਿਨ੍ਹਾਂ ਦੀ ਪਰਫਾਰਮੈਂਸ ਉਹਨਾਂ ਦੀ ਹੱਲੇ ਤੱਕ ਰਹੀ ਹੈ, ਉਹਦੇ ਨਾਲ ਉਹਨਾਂ ਦੀ ਜਿਹੜੀ ਭਰੋਸੇਯੋਗਤਾ ਹੈ ਪੰਜਾਬ ਦੇ ਲੋਕਾਂ ਦੇ ਅੰਦਰ
ਉਹ ਘਟੀ ਹੈ ਪਹਿਲਾਂ ਨਾਲੋਂ। ਔਰ ਦੂਜਾ ਸਵਾਲ ਕਿ ਜਿਹੜੀ ਜੋ ਵੀ ਪੰਜਾਬ ਦੇ ਇਸ ਵੇਲੇ ਪੋਲੀਟੀਕਲ ਹਾਲਾਤ ਨੇ, ਕਾਂਗਰਸ ਪਾਰਟੀ ਦੇ ਅੰਦਰ ਜਿਹੜੀ ਅੰਤਰ ਕਲਾ ਮਚੀ ਹੋਈ ਹੈ, ਜੋ ਵੀ ਹੈ, ਇਹ ਤਾਂ ਕੋਈ ਸ਼ੱਕ ਨਹੀਂ ਕਿ ਇਹਦੇ ਨਾਲ ਪਾਰਟੀ ਜਿਹੜੀ ਹੈ ਉਹ ਥੋੜੀ ਕਮਜ਼ੋਰ ਤਾਂ ਜ਼ਰੂਰ ਹੋਈ ਹੋਵੇਗੀ। ਤੇ ਜੇ ਪਾਰਟੀ ਕਮਜ਼ੋਰ ਹੋਈ ਹੈ ਤਾਂ ਇਹਦਾ ਫਾਇਦਾ ਜਿਹੜਾ ਉਹ ਕਿਹਨੂੰ ਮਿਲ ਰਿਹਾ, ਜਾਂ ਅਕਾਲੀ ਦਲ ਨੂੰ ਮਿਲ ਰਿਹਾ ਤੇ ਆਮ ਆਦਮੀ ਪਾਰਟੀ, ਜਾਂ ਫਿਰ ਕਿਸੇ ਹੋਰ ਧੜੇ ਨੂੰ ਮਿਲ ਰਿਹਾ? ਮਤਲਬ ਇਹ ਦੋ ਮੇਰੇ ਕੁਐਸਚਨ ਨੇ ਜੀ, ਜੇ ਤੁਸੀਂ ਆਨਸਰ ਕਰੋਗੇ। ਜੀ ਭੱਟੀ ਸਾਹਿਬ, ਬਿਫੋਰ ਤੁਸੀਂ ਆਨਸਰ ਕਰੋ ਭੱਟੀ ਸਾਹਿਬ, ਇੱਕ ਹੋਰ ਕਾਲ ਲੈ ਲੈਣੇ, ਫਿਰ ਤੁਸੀਂ ਤਿੰਨਾਂ ਦੇ ਜਵਾਬ ਦੇ ਦਿਓ। ਲੈਂਦੇ ਨੈਕਸਟ ਕਾਲ ਆਨ ਦੀ ਏਅਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਅਸ਼ੀ ਜੀ ਤੇ ਭੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਭੱਟੀ ਸਾਹਿਬ ਪੁੱਛਣਾ ਸੀਗਾ, ਦੇਖੋ ਜਿੱਦਾਂ ਹੁਣ ਬਾਈ ਚਾਂਸ ਨਵਜੋਤ ਸਿੰਘ ਸਿੱਧੂ ਆ ਜੀ, ਉਹ ਦੇਖੋ ਫਸਿਆ ਤਾਂ ਹੋਇਆ ਹੈਗਾ ਜੀ। 4 ਬੰਦੇ ਜਿਹੜੇ ਮੇਨ ਪਾਵਰਾਂ ਹੁੰਦੀਆਂ ਹੈਗੀਆਂ ਨੇ, ਆਪਣਾ ਗਵਰਨਰ ਜਨਰਲ ਹੋ ਗਿਆ ਜੀ, ਤੇ ਬਾਕੀ ਉਹ ਆਪਣਾ ਦੂਸਰੇ ਹੋਰ ਹੋ ਗਏ ਜੀ। ਇਹ ਕਹਿਣ ਦਾ ਮਤਲਬ ਇਹ ਹੈਗਾ ਜੀ ਵੀ ਜਦੋਂ ਬਾਈ ਚਾਂਸ ਆਪਾਂ ਇਹ ਕੰਮ ਕਰ ਹੀ ਨਹੀਂ ਸਕਦਾ ਹੈਗਾ, ਤੇ ਮੇਰੇ ਹਿਸਾਬ ਨਾਲ ਇਹਦਾ ਰਿਜ਼ਾਈਨ ਦੇਣਾ ਬੈਟਰ ਸੀਗਾ, ਕਿਉਂਕਿ ਜਦੋਂ ਬਾਈ ਚਾਂਸ ਲੋਕਾਂ ਦੇ ਵਿੱਚ ਜਾਣਾ, ਜਦੋਂ ਆਪਾਂ ਬਰਗਾੜੀ ਕਾਂਡ ਦਾ ਮਿਲਣਾ ਹੀ ਨਹੀਂ ਕੋਈ ਆਪਾਂ ਨੂੰ, ਯਾਨੀ ਕਿ ਕਹਿੰਦਾ ਮਤਲਬ ਇਨਸਾਫ ਜੀ, ਜਦੋਂ ਬਾਈ ਚਾਂਸ ਬੈਠੇ ਨੇ ਉੱਪਰ ਬੰਦੇ, ਦੇਖੋ ਸਾਰੀ ਜਿਹੜੀ ਚਾਲ ਹੈਗੀ ਹੈ ਜੀ ਮਨਪ੍ਰੀਤ ਬਾਦਲ ਨੇ, ਯਾਨੀ ਕਿ ਵੀ ਆਪਣੇ ਤਾਏ ਨੂੰ ਬਚਾਉਣ ਕਰਕੇ ਦਿੱਤੀ ਹੈਗੀ ਹੈ ਜੀ। ਸੋ ਵੀ ਤਾਂ ਕਿ ਉਹ ਬਰਗਾੜੀ ਕਾਂਡ ਤੋਂ ਕਿਸੇ ਨਾ ਕਿਸੇ ਤਰੀਕੇ ਬਚ ਸਕੇ ਜੀ। ਸੋ ਜਦੋਂ ਬਾਈ ਚਾਂਸ ਇਹ ਸਾਰੇ ਬੰਦੇ ਉੱਥੇ 3-4 ਬੰਦੇ ਹੈਗੇ ਨੇ, ਉਹਨਾਂ ਰੰਧਾਵਾ ਸਾਹਿਬ ਨੂੰ ਦੇਤੀ ਜੀ, ਆਪਣੇ ਡਿਫੈਂਸ ਦਾ ਦਿੱਤਾ ਜੀ, ਯਾਨੀ ਕਿ ਜਦੋਂ 4 ਬੰਦਿਆਂ ਦੇ ਕੋਲੇ ਪਾਵਰ ਆ ਗਈ ਜੀ, ਇਹ ਤਾਂ ਇਕੱਲਾ ਕੁਝ ਵੀ ਨਹੀਂ ਕਰ ਸਕਦਾ ਹੈਗਾ ਜੀ। ਯਾਨੀ ਕਿ ਕਹਿੰਦਾ ਮਤਲਬ ਜੇ ਇਹ 4 ਬੰਦੇ ਨਹੀਂ ਹੋਣਗੇ ਫਿਰ ਇਹ ਕੁਝ ਕਰ ਸਕਦਾ ਹੈਗਾ ਜੀ। ਸੋ ਮੇਰੇ ਹਿਸਾਬ ਨਾਲ ਇਹ ਗਲਤ ਹੋਇਆ ਹੈਗਾ ਜੀ। ਜੋ ਵੀ ਹੈਗਾ, ਜਿਵੇਂ ਕਾਲਰ ਕਹਿੰਦੇ ਨੇ ਜੀ ਵੀ ਪਾਵਰ ਘਟੀ ਆ, ਪਾਵਰ ਘਟੀ ਨਹੀਂ ਜੀ। ਇੱਕ ਪਾਸੇ ਤਾਂ ਲੋਕ ਇਨਸਾਫ ਮੰਗਦੇ ਆ ਜੀ ਬਰਗਾੜੀ ਕਾਂਡ ਦਾ, ਦੂਜੇ ਪਾਸੇ ਦੇਖੋ ਵੀ ਕਿੰਨਾ ਆਪਣੇ ਤਾਏ ਨੂੰ ਬਚਾਉਣ ਵਾਸਤੇ ਜਾਂ ਕਿੰਨਾ ਵੀ ਇਸ ਚੀਜ਼ਾਂ ਤੋਂ ਇਨਸਾਫ ਆਪਾਂ ਨਾ ਮਿਲਣ ਵਾਸਤੇ षड्यंत्र ਰਚੇ ਜਾ ਰਹੇ ਨੇ ਜੀ। ਸੋ ਇਸ ਕਰਕੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈਗਾ ਜੀ ਵੀ ਸਾਨੂੰ ਕੁਝ ਨਹੀਂ ਮਿਲਦਾ ਜੀ। ਥੈਂਕ ਯੂ ਸੋ ਮਚ ਜੀ। ਜੀ ਭੱਟੀ ਸਾਹਿਬ ਕੁਇਕਲੀ ਇਸ ਨੂੰ ਸਾਰੇ ਸਵਾਲਾਂ ਦੇ ਵਾਈਂਡ ਅਪ ਕਰੋ ਜੀ, ਨਿਚੋੜ ਕੱਢੋ ਇਹਨਾਂ ਦਾ। ਇਹ ਜੀ ਜਿਹੜੀ ਗੱਲ ਤੁਸੀਂ ਗੱਲ ਕੀਤੀ ਉਹਦੀ ਪ੍ਰੈਜ਼ੀਡੈਂਟਸ਼ਿਪ ਦੀ, ਮੈਂ ਤੁਹਾਨੂੰ ਇਹ ਦੱਸ ਰਿਹਾ, ਸਿੱਧੂ ਜੋ ਵੀ ਕਰਦਾ ਹਾਈ ਕਮਾਂਡ ਦੀ ਸਲਾਹ ਨਾ ਕਰਦਾ। ਇਹ ਗੱਲ ਤੁਸੀਂ ਨੋਟ ਕਰ ਲਓ। ਤੁਹਾਨੂੰ ਪਤਾ ਹੋਏ ਕੱਲ ਸਿੱਧੂ ਦੀ ਪ੍ਰਿੰਕਾ ਨਾਲ ਗੱਲ ਵੀ ਹੋਈ ਹੈ, ਮੰਨਦੇ ਤੁਸੀਂ ਇਸ ਗੱਲ ਨੂੰ? ਦੂਸਰੀ ਚੀਜ਼, ਇਹ ਕਿਉਂ ਹੋਇਆ? ਇਸ ਕਰਕੇ ਹੋਇਆ ਕਿ ਜਦੋਂ ਜਾ ਕੇ ਉੱਥੇ ਜਿਹੜੇ ਸੀ ਮਹਿਕਮੇ ਵੰਡਣੇ ਸੀ, ਮੰਤਰੀ ਬਣਾਉਣੇ ਸੀ, ਅਫਸਰ ਲਾਉਣੇ ਸੀ, ਉਦੋਂ ਸਿੱਧੂ ਸਾਹਿਬ ਨੂੰ ਨਾਲ ਨਹੀਂ ਲੈ ਕੇ ਗਏ। ਇਹ 3 ਵਿਅਕਤੀ ਗਏ ਨੇ, 1-2 ਦਾ ਨਾਂ ਲੈ ਲੂੰਗਾ, ਇੱਕ ਚੰਨੀ ਸਾਹਿਬ ਤੇ ਇੱਕ ਮੰਤਰੀ ਬਾਅਦ ਇੱਕ ਵਿਅਕਤੀ ਉਹਦਾ ਨਾਂ ਨਹੀਂ ਲੈਣਾ। 3 ਵਿਅਕਤੀ ਗਏ ਨੇ ਤੇ ਆਪਣੀ ਮਨਮਾਨੀ ਕੀਤੀ, ਮਨਮਾਨੀ ਕਰਕੇ ਆਪਣੇ ਕਹਿਤਾ ਜੀ ਅਫਸਰ ਲਾਤੇ ਤੇ ਆ ਮੰਤਰੀ ਦੇ ਦਿੱਤੇ ਆ। ਜਿਹੜਾ ਸਿੱਧੂ ਆ ਉਹਨੂੰ ਰਾਣੇ ਤੋਂ ਕੋਈ ਪ੍ਰੋਬਲਮ ਨਹੀਂ, ਸਿਰਫ ਉਹ ਚਾਹੁੰਦਾ ਸੀ ਕਿ ਮੰਤਰੀ ਸਾਰੇ ਬਦਲ ਦਿਓ, ਜਿੱਦਾਂ ਗੁਜਰਾਤ ਦੇ ਵਿੱਚ ਬਦਲੇ ਉਹਨਾਂ ਨੇ, ਮੁੱਖ ਮੰਤਰੀ ਬਦਲਤੇ, ਮੰਤਰੀ ਵੀ ਸਾਰੇ ਬਦਲਤੇ ਨੇ। ਜੇ ਤੁਸੀਂ ਕੁਝ ਕਰਨਾ ਤੇ ਉਹਨਾਂ ਦੀ ਆਖੀ ਨਹੀਂ ਮੰਨੀ। ਮੈਨੂੰ ਗੁੱਸਾ ਸੀ ਇਸ ਗੱਲ ਦਾ, ਯਾਰ ਮੈਂ ਤੁਹਾਨੂੰ ਵੱਢਦਾ ਸੀ, ਨਾਲ ਲੈ ਕੇ ਨਹੀਂ ਗਿਆ ਤੁਸੀਂ, ਮੈਂ ਪ੍ਰਧਾਨ ਸੀਗਾ। ਪ੍ਰਧਾਨ ਦੀ ਕੱਲ ਤੁਹਾਨੂੰ ਪਤਾ ਹੋਏਗਾ ਜਦ ਚੰਨੀ ਜੀ ਨੇ ਆਪ ਇੰਨੀ ਗੱਲ ਕਹੀ ਆ ਕਿ ਵੇਖੋ ਭਾਵੇਂ ਅਸੀਂ ਮੁੱਖ ਮੰਤਰੀ ਬਣ ਗਏ, ਅਸੀਂ ਪ੍ਰਧਾਨ ਦੇ ਅੰਡਰ, ਪ੍ਰਧਾਨ ਤੋਂ ਬਗੈਰ ਇਕੱਠੇ ਬਗੈਰ ਕੰਮ ਨਹੀਂ ਕਰ ਸਕਦੇ ਅਸੀਂ। ਦੂਸਰੀ ਚੀਜ਼, ਅੱਜ ਗੱਲਬਾਤ ਹੋ ਗਈ ਆ, ਉਹ ਫਾਰਮੂਲਾ ਤਿਆਰ ਹੋ ਗਿਆ। ਉਹ ਫਾਰਮੂਲਾ ਕੀ ਤਿਆਰ ਹੈ ਮੈਨੂੰ ਨਹੀਂ ਪਤਾ ਲੱਗਾ, ਫਾਰਮੂਲਾ ਕੀ ਤਿਆਰ ਹੈ ਜਿਹਦੇ ਤਹਿਤ ਤੁਹਾਨੂੰ ਕੰਮ ਚੱਲੇਗਾ ਤੇ ਸਿੱਧੂ ਸਭ ਪ੍ਰਧਾਨ ਬਣੇ ਜਾਣੇ। ਇੱਕ ਵੀਰ ਨੇ ਗੱਲ ਕੀਤੀ ਪੋਲੀਟੀਕਲ ਹਾਲਾਤ, ਪੋਲੀਟੀਕਲ ਹਾਲਾਤ ਭਾਜੀ, ਜਿਹੜੀ ਸੁੱਖੀ ਰੰਧਾਵਾ ਉਹਨੇ ਇੱਕ ਗੱਲ ਕਹੀ ਆ ਕਿ ਮੇਰੇ ਕੋਲ 38 ਦਿਨ ਦਾ ਸਮਾਂ ਵਾ, ਪੱਤਰਕਾਰੋ ਮੈਨੂੰ ਕੰਮ ਕਰਨ ਦਿਓ, ਤੁਹਾਨੂੰ 20 ਦਿਨ ਬਾਅਦ ਸਾਰਾ ਪਤਾ ਲੱਗ ਜਾਏਗਾ ਮੈਂ ਕੀ ਕਰਨਾ ਚਾਹੁੰਦਾ ਤੇ ਮੇਰਾ ਇਰਾਦਾ ਕੀ ਹੈ। ਇਨਸਾਫ ਮਿਲੇਗਾ, ਥੋੜਾ ਮਿਲੇ ਬਹੁਤਾ ਮਿਲੇ, ਅਸੀਂ ਪੂਰਾ ਕੁਛ ਕੋਸ਼ਿਸ਼ ਕਰਾਂਗੇ ਇਨਸਾਫ ਦੇਣ। ਡਰੱਗ ਦੇ ਮਾਮਲੇ 'ਚ ਵੀ ਤੇ ਬੇਬਦੀ ਮਾਮਲੇ 'ਚ ਜਿਹੜੇ ਕਾਨੂੰਨੀ ਸਲਾਹ ਕਰਨ ਨਾਲ ਗੱਲਾਂ ਬਾਤਾਂ ਚੱਲਣ ਡੀਆਂ ਨੇ, ਸਾਨੂੰ ਪਤਾ ਇਨਸਾਫ ਨਹੀਂ ਮਿਲਣਾ, ਪਤਾ ਇਸ ਗੱਲ ਨਹੀਂ ਮਿਲਣਾ, ਲੇਕਿਨ ਕੋਸ਼ਿਸ਼ ਵੇਟ ਤੇ ਕਰੀਏ ਬੰਦੇ ਦੀ, ਘੱਟੋ ਘੱਟ ਅਸੀਂ ਦੱਸ ਦਿਨ ਵੀ ਕੀ ਕਰਦੇ ਨੇ। ਹਾਂ, ਸਿੱਧੂ ਸਾਹਿਬ ਦਾ ਜਿਹੜਾ ਐਕਸ਼ਨ ਸੀਗਾ ਪਹਿਲੇ ਦਿਨ ਸੀਗਾ ਜੀ, ਐਕਸ਼ਨ ਗਲਤ ਆ। ਚਾਹੀਦਾ ਸੀ ਪਹਿਲਾਂ ਮੀਟਿੰਗ ਕਰਦੇ ਆਪਣੀ ਬਕਾਇਦਾ ਤੌਰ ਤੇ ਆਪਣੀ ਪਾਰਟੀ ਦੀ ਜੀ, ਉੱਥੇ ਦੱਸਦੇ ਵੀ ਆ ਗਲਤ ਹੋਇਆ, ਦੱਸੋ ਤੁਹਾਡਾ ਕੀ ਵਿਚਾਰ, ਨਹੀਂ ਤੇ ਮੈਂ ਰਿਜ਼ਾਈਨ ਕਰ ਲਗਾ ਜੀ। ਥਾ ਸੁੱਟਾ ਮਾਰੇ ਸਿੱਧਾ ਰਿਜ਼ਾਈਨ। ਉਹ ਇੱਕ ਮੈਂ ਸੋਚਦਾ ਕਿ ਡੈਮੋਕ੍ਰੇਟਿਕ ਵੇ ਨਹੀਂ ਹੈ ਕੋਈ, ਲੇਕਿਨ ਫਿਰ ਵੀ ਦੇਰ ਆਏ ਦਰੁਸਤ ਆਏ। ਜੇ ਅੱਜ ਚੰਨੀ ਸਾਹਿਬ ਨਾਲ ਬਹਿ ਕੇ ਸਮਝੌਤਾ ਹੋ ਗਿਆ ਉਹਨਾਂ ਦਾ, ਚੰਗੀ ਗੱਲ ਆ ਜੀ। ਉਹ ਫਾਰਮੂਲਾ ਅਸੀਂ ਤੁਹਾਨੂੰ ਦੱਸ ਦਾਂਗੇ ਕੱਲ ਨੂੰ, ਫਿਰ ਵੀ ਫਾਰਮੂਲਾ ਕੀ ਆ ਉਹ ਵੀ ਦੱਸਾਂਗੇ ਤੁਹਾਨੂੰ ਅਸੀਂ, ਜਿੱਦਾਂ ਕੈਪਟਨ ਸਾਹਿਬ ਨੂੰ ਦੱਸਦਾ ਸੀ। ਇਸ ਕਰਕੇ ਚਿੰਤਾ ਰੱਖੋ ਵੀਰ ਜੀ, ਚੰਗਾ ਹੋਏਗਾ ਜਦੋਂ ਦੇ ਚੰਨੀ ਸਾਹਿਬ ਬੜੇ ਆ। ਅੱਜ ਦੀ ਡੇਟ 'ਚ 22 ਸੀਟਾਂ ਨੇ, 34 ਦੇ ਵਿੱਚੋਂ ਕਾਂਗਰਸ ਕੋਲੇ 9 ਸੀਟਾਂ ਜਿਹੜੀਆਂ, ਆਮ ਆਦਮੀ ਪਾਰਟੀ ਕੋਲ 3 ਅਕਾਲੀਆਂ ਕੋਲੇ ਨਾ ਬਚਣੀਆਂ ਹੋਈਆਂ, ਰਿਜ਼ਰਵ ਸੀਟਾਂ ਨਹੀਂ ਸਾਡੀਆਂ।
ਤੇ ਜਦੋਂ ਦੇ ਚੰਨੀ ਸਾਹਿਬ ਬਣੇ ਉਦੋਂ ਜਿਹੜੀ ਸਾਡੀਆਂ ਦਲਿਤ ਵੋਟਾਂ ਦਾ ਧਰੂਵੀਕਰਨ ਪਹਿਲੀ ਵਾਰੀ ਹੋਏਗਾ, ਪੋਸੀਬਿਲਿਟੀ ਵੀ 34 ਜਿਹੜੀਆਂ ਉਹ ਕਾਂਗਰਸ ਦੇ ਖਾਤੇ 'ਚ ਪੈ ਜਾਣ ਜੀ। ਭੱਟੀ ਸਾਹਿਬ ਮਾਫੀ ਚਾਹੁੰਦੇ ਆ ਜੀ, ਟਾਈਮ ਉਨਾ ਹੀ ਅੱਜ, ਪਰੰਤੂ ਕੱਲ ਮੈਂ ਪਹਿਲਾਂ ਸ਼ਾਰਟ ਕੀਤਾ ਸਵਾਲ ਨਹੀਂ, ਮੇਰੇ ਕੋਲ ਬੜਾ ਜੀ ਸਾਡੇ ਕਾਫੀ ਸਾਡੇ ਕੁਐਸਚਨਸ ਰਹਿ ਗਏ, ਬਸ ਸ਼ਾਮ ਨੂੰ ਨਿਚੋੜ ਕੱਢਾਂਗੇ ਜੀ 8 ਵਜੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਜੀ ਪੂਰੀ ਦੀ ਪੂਰੀ ਟੀਮ। ਤਦ ਤੱਕ ਸਾਨੂੰ ਇੱਥੇ ਦਿਓ ਆਗੇ। ਭੱਟੀ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।